ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੈਣ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਦੀਪ ਕੌਰ ਜੀ। ਹਾਂਜੀ, ਅੱਜ ਅਸੀਂ ਗੱਲ ਕਰਨੀ ਹੈ ਸਾਡੀਆਂ ਉਹਨਾਂ ਭੈਣਾਂ ਬਾਰੇ ਜਿਹੜੀਆਂ ਪੜ੍ਹੀਆਂ ਲਿਖੀਆਂ ਨੇ, ਜੌਬ ਕਰ ਰਹੀਆਂ ਨੇ, ਸੋਸ਼ਲ ਸਟੇਟਸ ਵੀ ਹੈਗਾ, ਫੈਮਿਲੀ ਵੀ ਚਲਾ ਰਹੀਆਂ ਨੇ ਤੇ ਇੰਡੀਪੈਂਡੈਂਟ ਵੀ ਹੈਗੀਆਂ ਨੇ, ਪਰ ਫਿਰ ਵੀ ਇਹ ਸਾਰਾ ਕੁਝ ਹੁੰਦੇ ਸੋ ਹੋਏ ਉਹ ਵਹਿਮਾਂ ਭਰਮਾਂ ਵਿੱਚ ਕਿਉਂ ਫਸੀਆਂ ਹੋਈਆਂ ਨੇ? ਤੁਹਾਡੇ ਹਿਸਾਬ ਨਾਲ ਇਸ ਦਾ ਕੀ ਕਾਰਨ ਹੋ ਸਕਦਾ? ਬਹੁਤ ਵਾਜਿਬ ਸਵਾਲ ਹੈ ਤੁਹਾਡਾ। ਤੇ ਆਪਾਂ ਹਾਂਜੀ। ਆਲੇ ਦੁਆਲੇ ਸੁਸਾਇਟੀ 'ਚ ਦੇਖਦੇ ਵੀ ਹਾਂ ਕਿ ਬਹੁਤ ਹੀ ਸਿਆਣੀਆਂ ਸੁਲਝੀਆਂ ਹੋਈਆਂ ਜਿਹੜੇ ਬੀਬੀਆਂ ਲੱਗਦੀਆਂ ਨੇ। ਕਈ ਵਾਰ ਦੇਖਦੇ ਆ ਕਿ ਬਾਣੀ ਵੀ ਪੜ੍ਹਦੀਆਂ ਨੇ, ਕੀਰਤਨ ਵੀ ਕਰਦੀਆਂ ਨੇ, ਪਰ ਫਿਰ ਵੀ ਹਰੇਕ ਕਿਸਮ ਦਾ ਜਿਹੜਾ ਵਹਿਮ ਹੈ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਸ਼ਾਮਿਲ ਹੈ। ਹਾਂਜੀ। ਨਿੱਕੀਆਂ ਨਿੱਕੀਆਂ ਆਪਾਂ ਉਦਾਹਰਨਾਂ ਜਦੋਂ ਲੈ ਕੇ ਦੇਖ ਲਈਏ ਨਾ, ਜਿਵੇਂ ਕਿ ਵੀਰਵਾਰ ਨੂੰ ਕੱਪੜੇ ਨਹੀਂ ਧੋਣੇ, ਸ਼ਨੀਵਾਰ ਨੂੰ ਸਿਰ ਨਹੀਂ ਨਹਾਉਣਾ, ਤਾਂ ਸਾਰੇ ਪਰਿਵਾਰ ਨੂੰ, ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਉਹਨਾਂ ਨੇ ਕਿਹਾ ਹੁੰਦਾ ਇਹ ਕੰਮ ਨਹੀਂ ਕਰਨਾ। ਹਾਂਜੀ ਹੈ ਨਾ। ਉਹ ਆਇਆ ਕਿੱਥੋਂ ਹੈ? ਇਹ ਚੀਜ਼ਾਂ ਆਈਆਂ ਕਿੱਥੋਂ ਨੇ? ਕਹਿੰਦੇ ਨੇ ਨਾ, ਅਖਾਣ ਹੈ ਇੱਕ ਕਿ ਗੁਆਂਢੀ ਦਾ ਰੰਗ ਰੂਪ ਭਾਵੇਂ ਨਾ ਆਵੇ, ਸੁਭਾਅ ਜ਼ਰੂਰ ਆ ਜਾਂਦਾ ਜਦੋਂ ਦਿਨ ਵਰਤਦੇ ਆ ਅਸੀਂ। ਹਾਂਜੀ। ਹੈ ਨਾ। ਸੋ ਸਾਡੇ ਗੁਆਂਢੀ ਕੌਣ ਸੀਗੇ ਜੀ ਸਦੀਆਂ ਤੋਂ? ਹਾਂਜੀ ਹਾਂਜੀ। ਪੰਡੇ ਪੁਜਾਰੀ। ਪੰਡੇ ਪੁਜਾਰੀ। ਹਰੇਕ ਤਰ੍ਹਾਂ ਦੇ ਵਹਿਮ ਭਰਮ ਦੇ ਵਿੱਚ ਗ੍ਰਸੇ ਹੋਏ ਲੋਕ, ਹੈ ਨਾ। ਉਹਨਾਂ ਦੀਆਂ ਮਨੌਤਾਂ ਨੇ ਮੰਨਣ, ਸਾਨੂੰ ਕਿਸੇ ਨਾਲ ਕੋਈ ਪ੍ਰੋਬਲਮ ਨਹੀਂ। ਹਾਂਜੀ। ਪਰ ਉਹ ਚੀਜ਼ਾਂ ਸਾਡੇ ਵਿੱਚ ਘਰ ਕਰ ਗਈਆਂ, ਸਾਨੂੰ ਮਾਨਸਿਕ ਤੌਰ ਤੇ ਉਹਨਾਂ ਨੇ ਕੰਗਾਲ ਕਰਤਾ, ਗੁਲਾਮ ਕਰ ਦਿੱਤਾ। ਸਾਡੀਆਂ ਬੀਬੀਆਂ ਭੈਣਾਂ ਨਾਲ ਬਹਿੰਦੀਆਂ ਬਹਿੰਦੀਆਂ ਇਹ ਸਾਰਾ ਕੁਝ ਸਿੱਖ ਗਈਆਂ, ਅੱਗੋਂ ਜਨਰੇਸ਼ਨ ਟੂ ਜਨਰੇਸ਼ਨ ਸਿਖਾਈ ਜਾ ਰਹੀਆਂ ਨੇ। ਭਾਵੇਂ ਬਾਣੀ ਪੜ੍ਹਦੀਆਂ ਨੇ, ਪਾਠ ਕਰਦੀਆਂ ਨੇ, ਨਿਤਨੇਮਣਾ ਨੇ, ਪਰ ਬਾਣੀ ਨੂੰ ਸਿਰਫ ਪੜ੍ਹਨ ਤੱਕ ਸੀਮਤ ਰੱਖਿਆ, ਸਿੱਖਿਆ ਨਹੀਂ ਲਈ। ਨਾ ਕੋਈ ਗੁਰਦੁਆਰਿਆਂ 'ਚ ਜਾਂ ਕਿਤੇ ਹੋਰ ਇਹੋ ਜਿਹਾ ਕੋਈ ਸਿਸਟਮ ਹੈਗਾ ਜਿਹਦੇ ਰਾਹੀਂ ਉਹਨਾਂ ਨੂੰ ਪ੍ਰੋਪਰ ਦੱਸਿਆ ਜਾਂਦਾ ਕਿ ਆਹ ਸਾਰਾ ਕੁਝ ਜਿਹੜਾ ਪਖੰਡਬਾਦ ਹੈ, ਵਹਿਮ ਭਰਮ ਨੇ, ਇਹ ਸਾਡੇ ਜੀਵਨ ਦਾ ਹਿੱਸਾ ਨਹੀਂ ਹੋਣੇ ਚਾਹੀਦੇ। ਅਸੀਂ ਬੜੇ ਗਿਆਨਵਾਨ ਹੋਣੇ ਚਾਹੀਦੇ ਆ, ਆਜ਼ਾਦ ਖਿਆਲਾਂ ਦੇ ਹੋਣੇ ਚਾਹੀਦੇ ਆ, ਤੇ ਸਾਡੀ ਸੁਸਾਇਟੀ ਵਧੀਆ ਬਣ ਸਕਦੀ ਸੀ। ਪਰ ਅਜਿਹਾ ਹੋਇਆ ਨਹੀਂ, ਜਿਹਦੇ ਕਰਕੇ ਸਾਡੀਆਂ ਬੀਬੀਆਂ ਭੈਣਾਂ ਆਪ ਤਾਂ ਮਾਨਸਿਕ ਤੌਰ ਤੇ ਵਹਿਮਾਂ ਭਰਮਾਂ ਦੀਆਂ ਗੁਲਾਮ ਹੋਈਆਂ, ਇਹਦੇ ਨਾਲ ਨਾਲ ਅਗਲੀ ਜਨਰੇਸ਼ਨ ਨੂੰ ਵੀ ਬਣਾਉਂਦੀਆਂ ਜਾ ਰਹੀਆਂ ਨੇ ਤੇ ਬਣਾਉਂਦੀਆਂ ਗਈਆਂ। ਹਾਂਜੀ, ਮੈਂ ਆਪਣੇ ਮੇਰੇ ਕੁਝ ਹੈਗੇ ਫਰੈਂਡ ਸਰਕਲ ਵਿੱਚ, ਮਤਲਬ ਉਹ ਕਾਫੀ ਅਵੇਅਰ ਨੇ ਇਹਨਾਂ ਚੀਜ਼ਾਂ ਤੋਂ, ਪਰ ਫਿਰ ਵੀ ਉਹ ਕਹਿੰਦੇ ਕਿ ਜਿਵੇਂ ਮਦਰ ਇਨ ਲੋ ਕਹਿੰਦੀ ਹੈ, ਨਹੀਂ ਜੀ ਐਵੇਂ ਹੀ ਕਰਨਾ ਆ। ਤੁਸੀਂ ਉਹ ਮੈਂਸ਼ਨ ਕੀਤੀ ਹੈ ਥਰਸਡੇ ਵਾਲੀ ਗੱਲ, ਵੀਰਵਾਰ ਨੂੰ ਕੱਪੜੇ ਨਹੀਂ ਧੋਣੇ, ਵੀਰਵਾਰ ਨੂੰ ਸਿਰ ਨਹੀਂ ਧੋਣਾ, ਸ਼ਨੀਵਾਰ ਨੂੰ ਨੇਲ ਨਹੀਂ ਕੱਟਣੇ ਹੈਗੇ। ਏਦਾਂ ਦੀਆਂ ਛੋਟੀਆਂ ਕਾਫੀ ਗੱਲਾਂ ਹੈਗੀਆਂ ਨੇ। ਜਾਂ ਫਿਰ ਗੁਰਦੁਆਰੇ ਜਾਂਦੇ ਨੇ ਪਰ ਕਰਮਾ ਕਿਉਂ ਨਹੀਂ ਕੀਤੀ ਹੈਗੀ, ਨਿਸ਼ਾਨ ਸਾਹਿਬ ਤੇ ਮੱਥਾ ਕਿਉਂ ਨਹੀਂ ਟੇਕਿਆ ਹੈਗਾ, ਸਰਦਣ ਤੇ ਕਿਉਂ ਨਹੀਂ ਮੱਥਾ ਟੇਕਿਆ। ਸੋ ਏਦਾਂ ਦੀਆਂ ਕਾਫੀ ਛੋਟੀਆਂ ਗੱਲਾਂ ਹੈਗੀਆਂ ਨੇ ਜਿਹੜੀਆਂ ਕਈ ਵਾਰੀ ਉਹ ਨਾ ਚਾਹੁੰਦੇ ਵੀ ਕਰ ਰਹੀਆਂ ਨੇ, ਕਿਉਂਕਿ ਫੈਮਿਲੀ ਤੋਂ ਪ੍ਰੈਸ਼ਰ ਹੈ ਜਾਂ ਉਹਨਾਂ ਦੇ ਵੱਡੇ ਉਹਨਾਂ ਨੂੰ ਕਹਿ ਕੇ ਕਰਵਾ ਰਹੇ ਨੇ ਇਹ ਚੀਜ਼ਾਂ, ਤੇ ਉਹ ਕੁਐਸਚਨਸ ਨਹੀਂ ਕਰ ਰਹੀਆਂ ਹੈਗੀਆਂ, ਜਾਂ ਫਿਰ ਉਹ ਜਾਣੇ ਅਣਜਾਣੇ ਵਿੱਚ ਕਰ ਰਹੀਆਂ ਨੇ, ਜਾਂ ਅਵੇਅਰ ਜਿਹੜੀਆਂ ਅਵੇਅਰ ਹੈਗੀਆਂ ਨੇ ਉਹ ਫਿਰ ਵੀ ਕਰ ਰਹੀਆਂ ਨੇ। ਤੇ ਉਹਨਾਂ ਪਿੱਛੇ ਕੀ ਕਾਰਨ ਹੋ ਸਕਦਾ ਆ? ਪਹਿਲੀ ਗੱਲ ਤਾਂ ਇਹ ਕਈ ਵਾਰੀ ਹੁੰਦਾ ਹੈ ਕਿ ਵੱਡਿਆਂ ਦੀ ਰਿਸਪੈਕਟ, ਕਿ ਘਰ ਦੇ ਵਿੱਚ ਕੋਈ ਕਲੇਸ਼ ਹੋਏਗਾ, ਲੜਾਈ ਪਏਗੀ, ਇਹਦੇ ਤੋਂ ਚੰਗਾ ਜਿਵੇਂ ਉਹ ਕਹਿੰਦੇ ਨੇ ਵੱਡੇ, ਅਸੀਂ ਹੂਬਹੂ ਉਸੇ ਤਰ੍ਹਾਂ ਮੰਨ ਲੈਂਦੇ ਆ। ਤੇ ਦੂਜਾ ਕਈ ਵਾਰੀ ਇਹ ਹੁੰਦਾ ਜੋ ਕਿੰਤੂ ਵੀ ਕਰਦੀਆਂ ਨੇ, ਅੱਗੋਂ ਸਵਾਲ ਕਰਦੀਆਂ ਨੇ ਕਿ ਨਹੀਂ ਕਰਨਾ, ਤਾਂ ਵੱਡੇ ਕੀ ਕਹਿੰਦੇ ਨੇ ਕਿ ਲੈ ਇਹ ਤਾਂ ਸ਼ੁਰੂ ਤੋਂ ਚੱਲਿਆ ਹੈ। ਹਾਂਜੀ, ਸ਼ਹੀਦਾਂ ਨੂੰ ਮੰਨਦੇ ਆ, ਮਤਲਬ ਕਹਿੰਦੀਆਂ ਨੇ ਬੀਬੀਆਂ, ਅਸੀਂ ਸ਼ਹੀਦਾਂ ਨੂੰ, ਜਠੇਰਿਆਂ ਨੂੰ ਮੰਨਦੇ ਆ, ਤਾਂ ਇਹ ਤਾਂ ਸਦੀਆਂ ਤੋਂ ਸਾਡੀਆਂ ਸੱਸਾਂ ਨੇ ਸਾਨੂੰ ਮੱਥੇ ਟਿਕਾਏ ਤੇ ਤੈਨੂੰ ਵੀ ਟੇਕਣਾ ਪੈਣਾ, ਇਹ ਤਾਂ ਪਰੰਪਰਾ ਹੈਗੀ ਹੈ। ਤੂੰ ਸਵਾਲ ਕਰਨ ਵਾਲੀ ਕੌਣ ਹੁੰਦੀ ਹੈ? ਕੱਲ ਦੀ ਕੁੜੀ। ਹਾਂਜੀ, ਜਿਹੜੀ ਉਹ ਨੌਜਵਾਨ ਲੜਕੀ ਹੈ ਜਿਹੜੀ, ਤੇ ਉਹਦੇ ਕੋਲ ਕੋਈ ਗੁਰਬਾਣੀ ਦਾ ਗਿਆਨ ਹੁੰਦਾ, ਉਹਨੂੰ ਪਤਾ ਨਹੀਂ ਕਿ ਉਹ ਗੁਰੂ ਸਾਹਿਬ ਕੀ ਕਹਿ ਰਹੇ ਨੇ, ਤੇ ਜਾਂ ਫਿਰ ਨਾ ਇੰਨੀ ਹਿੰਮਤ ਹੁੰਦੀ ਹੈ, ਸਿਆਣਪ ਹੁੰਦੀ ਹੈ ਕਈ ਵਾਰੀ, ਕਿ ਉਹ ਚੰਗੀ ਤਰ੍ਹਾਂ ਆਪਣੀਆਂ ਗੱਲਾਂ ਨੂੰ ਸ਼ਬਦਾਂ ਦਾ ਜਾਮਾ ਪਹਿਨਾ ਕੇ ਬਿਨਾਂ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਏ ਉਹ ਗੱਲ ਉਹਨਾਂ ਤੱਕ ਪਹੁੰਚਾ ਸਕੇ ਜਿਹੜਾ ਮੈਸੇਜ ਦੇਣਾ ਚਾਹੁੰਦੀ ਹੈ। ਹਾਂਜੀ ਹਾਂਜੀ। ਆਹ ਚੀਜ਼ਾਂ ਕਰਕੇ ਉਹ ਸਾਰਾ ਕੁਝ ਕਈ ਵਾਰੀ ਚੱਲਦਾ ਆਉਂਦਾ ਹੈ। ਹਾਂਜੀ, ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ। ਤੇ ਇਹ ਬੜਾ ਇੰਪੋਰਟੈਂਟ ਹੈਗਾ ਆ ਇਹ ਚੀਜ਼, ਕਿ ਸਾਡੀਆਂ ਭੈਣਾਂ ਨੂੰ, ਅਸੀਂ ਭੈਣਾਂ ਤਾਂ ਹੁਣ ਮਤਲਬ ਅਪਬ੍ਰਿੰਗਿੰਗ ਉਹਨਾਂ ਦੀ ਤਾਂ ਹੋ ਚੁੱਕੀ ਹੈ, ਪਰ ਉਹ ਆਪਣੀਆਂ ਧੀਆਂ ਨੂੰ ਕੀ ਦੇ ਰਹੇ ਨੇ ਤਾਂ ਕਿ ਉਹਨਾਂ ਨੂੰ ਇਹ ਚੀਜ਼ਾਂ ਫੇਸ ਨਾ ਕਰਨੀਆਂ ਪੈਣ।
ਮਤਲਬ ਉਹਨਾਂ ਵਿੱਚ ਕੌਨਫੀਡੈਂਸ ਹੋਵੇ, ਕੁਐਸਚਨ ਕਰ ਸਕਣ ਜਾਂ ਫਿਰ ਸਹੀ ਸ਼ਬਦਾਂ ਦੇ ਵਿੱਚ ਆਪਣੀ ਗੱਲ ਐਕਸਪਲੇਨ ਕਰ ਸਕਣ, ਜੋ ਉਹਨਾਂ ਨੂੰ ਫੀਲ ਹੋ ਰਿਹਾ ਆ ਉਵੇਂ ਮਤਲਬ ਐਕਸਪ੍ਰੈਸ ਕਰ ਸਕਣ ਆਪਣਾ। ਸੰਦੀਪ ਕੌਰ, ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ। ਇਹ ਜਿਹੜਾ ਕੌਨਫੀਡੈਂਸ ਹੈ ਨਾ, ਇਹ ਛੋਟੇ ਹੁੰਦਿਆਂ ਹੀ ਬੱਚਿਆਂ 'ਚ ਭਰਨਾ ਜ਼ਰੂਰੀ ਹੈ। ਔਰਤ ਜਾਂ ਕਹਿ ਲਓ ਨਾਰੀ, ਉਹ ਸਮਾਜ ਦੀ ਉਸਰਈ ਹੈ। ਉਹਦੀ ਸੋਚ ਪਰਿਵਾਰ ਦੇ ਹੁੰਦਿਆਂ ਹੋਇਆਂ ਸਾਰੀ ਸੁਸਾਇਟੀ ਦੇ ਵਿੱਚ ਫੈਲੇਗੀ। ਜੇ ਇੱਕ ਮਾਂ ਵਹਿਮਣ ਹੈ, ਜੇ ਇੱਕ ਮਾਂ ਪਖੰਡੀਆਂ ਦੇ ਦਰਾਂ ਤੇ ਜਾਂਦੀ ਹੈ, ਜੇ ਇੱਕ ਮਾਂ ਸਿਰਫ ਧਰਮ ਨੂੰ ਇਸ ਲਈ ਅਪਣਾਉਂਦੀ ਹੈ ਕਿ ਇਹਦੇ ਤੋਂ ਕੋਈ ਫਲ ਪ੍ਰਾਪਤ ਹੋ ਜਾਏਗਾ, ਜਾਂ ਇਹ ਸੋਚਦੀ ਹੈ ਕਿ ਅਰਦਾਸਾਂ ਕਰਕੇ ਮੈਨੂੰ ਕੁਝ ਏਦਾਂ ਦਾ ਪ੍ਰਾਪਤ ਹੋ ਜਾਏਗਾ, ਜਾਂ ਜਾਦੂ ਟੂਣੇ ਕਾਲੇ ਇਲਮਾਂ ਦੇ ਵਿੱਚ ਵਿਸ਼ਵਾਸ ਰੱਖਦੀ ਹੈ, ਤਾਂ ਉਹਦੀ ਧੀ ਜਾਂ ਉਹਦਾ ਪੁੱਤਰ ਜੋ ਹਰ ਵੇਲੇ ਉਹਨੂੰ ਦੇਖ ਰਹੇ ਨੇ, ਤਾਂ ਉਹਨਾਂ ਦੇ ਮਨ ਤੇ ਕੀ ਅਸਰ ਪਏਗਾ ਕਿ ਸਾਡੀ ਮਾਂ ਕਿੰਨੀ ਕਮਜ਼ੋਰ ਮਾਨਸਿਕਤਾ ਦੀ ਮਾਲਕ ਹੈ। ਇਹਦਾ ਆਪਣੇ ਆਪ ਦੇ ਉੱਪਰ ਜਰਾ ਵੀ ਕੌਨਫੀਡੈਂਸ ਨਹੀਂ। ਉਹ ਗੱਲਾਂ ਉਹਨਾਂ ਦੇ ਅੰਦਰ ਜਾਣਗੀਆਂ, ਤੇ ਉਹ ਬੱਚੇ ਨੇ ਜਿਹੜੇ, ਉਹਨਾਂ ਦੀ ਅਪਬ੍ਰਿੰਗਿੰਗ ਜਦੋਂ ਇਸ ਤਰੀਕੇ ਦੇ ਨਾਲ ਹੋਈ ਹੈ, ਇਹੋ ਜਿਹੇ ਮਾਹੌਲ ਦੇ ਵਿੱਚ, ਤਾਂ ਉਹ ਵੀ ਵੱਡੇ ਹੋ ਕੇ ਉਹੀ ਕੁਛ ਕਰਨਗੇ। ਵੱਡੀਆਂ ਵੱਡੀਆਂ ਕਾਰਾਂ ਵਾਲੇ ਅਸੀਂ ਪਰਿਵਾਰਾਂ ਨੂੰ ਦੇਖਦੇ ਹਾਂ, ਜਿਨ੍ਹਾਂ ਦੀਆਂ ਕਾਰਾਂ ਦੇ ਪਿੱਛੇ ਨਾ ਕਾਲੀਆਂ ਜਿਹੜੀਆਂ ਆਪਾਂ ਪਰਾਂਦੀਆਂ ਕਹਿ ਦਿੰਦੇ ਆ, ਉਹ ਹੁੰਦੀਆਂ ਨੇ, ਕਿਉਂ? ਨਜ਼ਰ ਨਾ ਲੱਗ ਜਾਏ। ਵੱਡੀਆਂ ਵੱਡੀਆਂ ਕੋਠੀਆਂ ਬਣਾਈਆਂ ਨੇ, ਚੰਗੇ ਸਕਸੈਸਫੁਲ ਬਿਜ਼ਨਸਮੈਨ ਨੇ ਲੋਕੀ, ਚੰਗਾ ਕਾਰੋਬਾਰ ਹੈ, ਪਰ ਘਰਾਂ ਦੇ ਉੱਪਰ ਉਹ ਕਾਲਾ ਮੂੰਹ, ਜਿਹਦੀ ਜੀਭ ਬਾਹਰ ਨਿਕਲੀ ਹੋਈ ਹੈ, ਉਹ ਲਾਇਆ ਹੁੰਦਾ ਘਰ ਨੂੰ, ਕਿਤੇ ਸਾਡੇ ਬਿਜ਼ਨਸ ਨੂੰ ਨਜ਼ਰ ਨਾ ਲੱਗ ਜਾਏ। ਸਿੱਖਾਂ ਦੀਆਂ ਦੁਕਾਨਾਂ ਦੇ ਵਿੱਚ ਮੈਂ ਮਿਰਚਾਂ ਤੇ ਨਿੰਬੂ ਟੰਗੇ ਹੋਏ ਦੇਖੇ ਨੇ ਕਿ ਸਾਡੀ ਦੁਕਾਨ ਨੂੰ, ਬਿਜ਼ਨਸ ਨੂੰ ਨਜ਼ਰ ਨਾ ਲੱਗ ਜਾਏ। ਅੰਦਰ ਸੁਖਮਨੀ ਸਾਹਿਬ ਦਾ ਪਾਠ ਵੀ ਚੱਲ ਰਿਹਾ ਹੈ। ਹਾਂਜੀ, ਉਹ ਸੰਭਲਣ ਦੀ ਲੋੜ ਹੈ। ਹਾਂਜੀ ਹਾਂ, ਉਹ ਜਿਵੇਂ ਤੁਸੀਂ ਕਹਿ ਰਹੇ ਨਾ, ਉਹ ਕੰਟੀਨਿਊਸਲੀ ਬਿਲਡ ਅਪ ਹੋਇਆ ਨਾ, ਰਿਪੀਟ ਕਰ ਕਰਕੇ ਉਹ ਮਾਈਂਡ ਵਿੱਚ ਇੰਨਾ ਜ਼ਿਆਦਾ ਬੈਠੀਆਂ ਹੋਈਆਂ ਨੇ ਉਹ ਗੱਲਾਂ, ਮਤਲਬ ਬੜਾ ਅਲੱਗ ਰੱਖਦਾ ਹੈਗਾ। ਉਹ ਸੋਚ ਵੀ ਨਹੀਂ ਸਕਦੇ ਕਿ ਉਹਨਾਂ ਤੋਂ ਬਿਨਾਂ ਵੀ ਮਤਲਬ ਨੋਰਮਲ ਸਮੂਥ ਲਾਈਫ ਚੱਲ ਸਕਦੀ ਹੈਗੀ ਹੈ। ਹਾਂਜੀ, ਉਹਨਾਂ ਦੇ ਸੁਭਾਅ ਦਾ ਅੰਗ ਬਣ ਗਿਆ ਉਹ ਸਾਰਾ ਕੁਝ। ਹਾਂਜੀ, ਗੁਰਬਾਣੀ ਸਾਨੂੰ ਕੁਝ ਹੋਰ ਮੈਸੇਜ ਦੇ ਰਹੀ ਹੈ, ਤੇ ਅਸੀਂ ਆਪਣੇ ਸੁਭਾਅ ਦੇ ਵਿੱਚ ਕੁਝ ਹੋਰ ਲੈ ਕੇ ਆ ਰਹੇ ਹਾਂ, ਹੈ ਨਾ? ਹਾਂਜੀ, ਇਹਨਾਂ ਚੀਜ਼ਾਂ ਨੂੰ ਸਮਝੀਏ, ਵਿਚਾਰੀਏ, ਆਪਣੇ ਆਪ ਨੂੰ ਡਿਵੈਲਪ ਕਰੀਏ, ਸਿਆਣੇ ਬਣੀਏ, ਤਾਂ ਕਿਤੇ ਜਾ ਕੇ ਅਸੀਂ ਇਹਨਾਂ ਚੀਜ਼ਾਂ ਚੋਂ ਨਿਕਲਾਂਗੇ। ਬੱਚਿਆਂ ਨੂੰ ਅਸੀਂ ਬਹੁਤ ਵਧੀਆ ਐਜੂਕੇਸ਼ਨ ਦੇ ਰਹੇ ਹਾਂ, ਦੁਨਿਆਵੀ ਪੜ੍ਹਾਈ ਦਾ ਘਾਟਾ ਕੋਈ ਨਹੀਂ, ਹਰ ਤਰ੍ਹਾਂ ਦੇ ਨਾਲ ਆਪਣੇ ਆਪ ਨੂੰ ਵਧੀਆ ਦਿਖਾਉਣ ਦੀ ਕੋਸ਼ਿਸ਼ ਹੈ, ਜੱਦੋ ਜਹਿਦ ਹੈ, ਜਾਂ ਕਹਿ ਲਓ ਇੱਕ ਦੌੜ ਲੱਗੀ ਹੋਈ ਹੈ। ਪਰ ਮਾਨਸਿਕ ਲੈਵਲ ਦੀ ਜਿਹੜੀ ਕੰਗਾਲੀ ਹੈ, ਉਹ ਇਹਨਾਂ ਗੱਲਾਂ ਤੋਂ, ਸਾਡੇ ਬਿਹੇਵੀਅਰ ਤੋਂ ਸਾਫ਼ ਨਜ਼ਰ ਆਉਂਦੀ ਹੈ। ਹਾਂਜੀ, ਬਿਲਕੁਲ। ਹੁਣ ਐਵੇਂ ਹੈਗਾ ਕਿ ਸਕੂਲ ਦੇ ਵਿੱਚ ਦੇਖੋ, ਬੱਚਿਆਂ ਨਾਲ ਕਾਫੀ ਓਪਨ ਗੱਲਾਂ ਹੁੰਦੀਆਂ ਨੇ, ਉਹਨਾਂ ਦੇ ਇਮੋਸ਼ਨਸ ਤੇ ਗੱਲਾਂ ਹੁੰਦੀਆਂ ਨੇ, ਪਰ ਸਾਡੇ ਘਰ ਵਿੱਚ ਨਾ ਐਵੇਂ ਦੀਆਂ ਗੱਲਾਂ ਨਹੀਂ ਹੁੰਦੀਆਂ ਹੈਗੀਆਂ। ਸੋ ਇਹ ਬੱਚੇ ਸਭ ਤੋਂ ਜ਼ਿਆਦਾ ਮੋਸਟ ਫੈਮਲੀਜ਼ ਦੇ ਵਿੱਚ ਆਪਣੀਆਂ ਮਮਸ ਨਾਲ ਟਾਈਮ ਸਪੈਂਡ ਕਰਦੇ ਨੇ, ਪਰ ਜੇ ਮਮ ਪੋਜ਼ਿਟਿਵ ਵਾਲਾ ਐਟੀਟਿਊਡ ਨਹੀਂ ਹੈਗਾ ਲਾਈਫ ਦੇ ਬਾਰੇ, ਜਾਂ ਫਿਰ ਮਮ ਐਵੇਂ ਵਹਿਮਾਂ ਭਰਮਾਂ ਵਿੱਚ ਫਸੀ ਹੋਈ ਹੈ, ਤੇ ਉਹ ਬੱਚੇ, ਜਿਵੇਂ ਤੁਸੀਂ ਕਿਹਾ, ਉਹ ਓਬਜ਼ਰਵ ਕਰਦੇ ਨੇ। ਤੁਹਾਨੂੰ ਕਈ ਚੀਜ਼ਾਂ ਬੱਚਿਆਂ ਨੂੰ ਸਿਖਾਉਣੀਆਂ ਨਹੀਂ ਪੈਂਦੀਆਂ, ਬੱਚੇ ਓਬਜ਼ਰਵ ਕਰਕੇ ਪਿਕ ਕਰ ਲੈਂਦੇ ਨੇ ਆਪਣੇ ਬਿਹੇਵੀਅਰ ਦੇ ਵਿੱਚ, ਤੇ ਉਹ ਜਿਹੜੀਆਂ ਆਦਤਾਂ ਪੱਕ ਜਾਂਦੀਆਂ ਨੇ, ਉਹ ਫਿਰ ਬਿਹੇਵੀਅਰ ਜਿਹੜਾ ਪੱਕ ਜਾਂਦਾ ਆ, ਉਹ ਅਨਲਰਨ ਕਰਨਾ ਬੜਾ ਮੁਸ਼ਕਿਲ ਹੋ ਜਾਂਦਾ ਆ ਲੇਟਰ ਔਨ ਜਾ ਕੇ। ਕੋਈ ਸ਼ੱਕ ਨਹੀਂ, ਕੋਈ ਸ਼ੱਕ ਨਹੀਂ। ਜਿਵੇਂ ਇੱਕ ਛੋਟੀ ਜਿਹੀ ਮੈਂ ਕਹਾਣੀ ਟਾਈਪ ਹੀ ਹੈ, ਤੁਹਾਡੇ ਨਾਲ ਸਾਂਝੀ ਕਰਾਂਗੀ, ਬੜੇ ਕੋਸ਼ਿਸ਼ ਕਰੂੰਗੀ ਕੰਪਲੀਟ ਕਰਾਂ। ਤੇ ਇੱਕ ਜਿਹੜੀ ਧੀ ਹੈ ਨਾ, ਉਹ ਆਪਣੀ ਮਾਂ ਨੂੰ ਦੇਖਦੀ ਸੀ ਰੋਜ਼ ਦਹੀਂ ਜਮਾਉਂਦੇ, ਹੈ ਨਾ, ਤੇ ਉਹ ਦੇਖਦੀ ਸੀ ਕਿ ਮੇਰੀ ਮਾਂ ਬਿੱਲੀ ਨੂੰ ਬੰਨ ਦਿੰਦੀ ਹੈ ਉਸੇ ਵੇਲੇ ਜਦੋਂ ਜਮਾਉਂਦੀ ਹੈ। ਜਦੋਂ ਸਹੁਰੇ ਘਰ ਗਈ ਤਾਂ ਉੱਥੇ ਉਹਦੀ ਸੱਸ ਨੇ ਉਹਨੂੰ ਕਿਹਾ ਦਹੀਂ ਜਮਾ, ਉਹ ਕਹਿੰਦੀ ਪਹਿਲਾਂ ਬਿੱਲੀ ਲੈ ਕੇ ਆਓ, ਬਿੱਲੀ ਨੂੰ ਬੰਨੇ ਤੋਂ ਬਿਨਾਂ ਦਹੀਂ ਨਹੀਂ ਜਮਣੀ। ਮਤਲਬ ਉਹਨੂੰ ਇਹ ਨਹੀਂ ਸੀ ਪਤਾ ਕਿ ਬਿੱਲੀ ਤਾਂ ਬੰਨੀ ਜਾਂਦੀ ਹੈ ਕਿਉਂਕਿ ਉਹ ਨਹੀਂ ਤਾਂ ਦੁੱਧ ਪੀ ਜਾਏਗੀ, ਦਹੀਂ ਜਮੇਗਾ। ਹੈ ਨਾ, ਉਹਦੇ ਅਚੇਤ ਮਨ 'ਚ ਇਹ ਗੱਲ ਬਹਿ ਗਈ, ਬਿੱਲੀ ਸ਼ਾਇਦ ਦਹੀਂ ਜਮਾਉਣ ਦਾ ਕਾਰਨ ਹੈ। ਹੁਣ ਇੱਥੇ ਸੌਰੀ, ਇੱਥੇ ਹੁਣ ਮੇਰੇ ਮਾਈਂਡ 'ਚ ਉਹ ਗੱਲ ਆਈ ਹੈਗੀ ਹੈ ਕਿ ਇੱਥੇ ਉਹ ਕਾਮਨ ਸੈਂਸ ਨਹੀਂ ਲਗਾਈ ਹੈਗੀ ਇਸ ਗੱਲ ਤੇ, ਉਹ ਕਾਪੀ ਕੀਤਾ ਗਿਆ ਬਿਹੇਵੀਅਰ, ਜਦ ਕਿ ਉੱਥੇ ਕਾਮਨ ਸੈਂਸ ਲੱਗਣੀ ਚਾਹੀਦੀ ਸੀ ਕਿ ਬਿੱਲੀ ਦਾ ਦਹੀਂ ਜਮਾਉਣ ਨਾਲ ਕੀ ਮਤਲਬ ਹੈਗਾ ਰਿਲੇਸ਼ਨ ਇਸ ਚੀਜ਼ ਦਾ, ਹਨਾ? ਇਸੇ ਤਰ੍ਹਾਂ ਕਰਕੇ ਇਹ ਚੀਜ਼ਾਂ ਸਾਡੇ ਅੰਦਰ ਘਰ ਕਰ ਗਈਆਂ ਨੇ, ਇਹਨਾਂ ਤੋਂ ਸਾਨੂੰ ਛੁਟਕਾਰਾ ਪਾਉਣ ਦੀ ਲੋੜ ਆ। ਹੋਰ ਤਾਂ ਹੋਰ, ਨਿਸ਼ਾਨ ਸਾਹਿਬ ਦਾ ਜਦੋਂ ਚੋਲਾ ਨਹੀਂ, ਜਿਹੜਾ ਕੱਪੜਾ ਉਹਦੇ ਤੇ ਹੁੰਦਾ, ਉਹਨੂੰ ਜਦੋਂ ਚੇਂਜ ਕਰਦੇ ਆ ਤਾਂ ਬੀਬੀਆਂ ਇੱਕ ਇੱਕ ਜਿੱਦਾਂ ਉਹਦਾ ਨਾ ਟੁਕੜਾ
ਪਾੜ ਕੇ ਏਦਾਂ ਵੰਡਦੀਆਂ, ਘਰਾਂ 'ਚ ਕੋਨੇ-ਕੋਨੇ 'ਚ ਜਾ ਕੇ ਬੰਨ੍ਹਦੀਆਂ, ਬੜਾ ਪਵਿੱਤਰ, ਇਹਦੇ ਨਾਲ ਪਤਾ ਨੀ ਕੀ ਹੋ ਜਾਊਗਾ। ਮਤਲਬ ਕਿੱਥੇ ਲਿਖਿਆ ਹੋਇਆ, ਮੈਂ ਨਹੀਂ ਕਦੀ ਅੱਜ ਤੱਕ ਪੜ੍ਹਿਆ ਇਹਦੇ ਬਾਰੇ। ਇਹ ਥਿੰਕਿੰਗ ਵਿੱਚ ਹੀ ਆਇਆ ਹੋਇਆ, ਇਹ ਮਾਈਂਡ ਸੈਟ ਵਿੱਚ ਬੈਠਾ ਹੋਇਆ। ਮੈਂ ਦੇਖਿਆ ਹੈਗਾ ਐਵੇਂ ਲੜਾਈ ਹੁੰਦੀ ਦੇਖੀ ਆ ਮੈਂ, ਉਹ ਕੱਪੜੇ ਪਿੱਛੇ ਉਹਨੂੰ ਵੱਡਾ ਪੀਸ ਮਿਲ ਗਿਆ, ਮੈਨੂੰ ਛੋਟਾ ਪੀਸ ਮਿਲ ਗਿਆ, ਮੈਨੂੰ 4 ਪੀਸ ਚਾਹੀਦੇ ਆ, ਮੈਂ ਅੱਗੇ ਹੋਰ ਵੀ ਵੰਡਣੇ ਆ। ਤਾਂ ਇਹ ਮੈਂ ਓਬਜ਼ਰਵ ਕੀਤਾ ਹੋਇਆ ਤੇ ਮਤਲਬ ਬੜੀ ਹਾਸੋਹੀਣੀ ਹਾਲਤ ਹੁੰਦੀ ਆ ਉਸ ਵੇਲੇ। ਇੰਨੀ ਭੀੜ ਦੇ ਵਿੱਚ ਕਈ ਵਾਰੀ ਜਦੋਂ ਅਪ੍ਰੈਲ ਦੇ ਮਹੀਨੇ ਵਿੱਚ ਬਦਲਦੇ ਹੈਗੇ ਨੇ, ਵਿਸਾਖੀ ਦੇ ਟਾਈਮ ਤੇ ਗਰਮੀ ਵੀ ਹੁੰਦੀ ਹੈ, ਪਰ ਉਸ ਵੇਲੇ ਇੰਨੀ ਭੀੜ ਇਕੱਠੀ ਹੋਈ ਹੁੰਦੀ ਹੈ, ਪਰ ਉਹਨਾਂ ਨੂੰ ਹੁੰਦਾ ਇੱਕ ਤੇ ਸਾਡਾ ਹੱਥ ਲੱਗ ਜਾਏ ਉੱਥੇ, ਦੂਸਰਾ ਸਾਨੂੰ ਉਹ ਪੀਸ ਮਿਲ ਜਾਵੇ ਕੱਪੜੇ ਦਾ। ਇੰਨਾ ਤਾਂ ਮਤਲਬ ਅਸੀਂ ਰਸ਼ ਨਹੀਂ ਕਰਦੇ ਗੁਰਬਾਣੀ ਸਮਝਣ ਦੇ ਲਈ, ਉਹਨੂੰ ਪੜ੍ਹਨ ਦੇ ਲਈ, ਜਿੰਨਾ ਅਸੀਂ ਇਹਨਾਂ ਚੀਜ਼ਾਂ ਲਈ ਕਰਦੇ ਆ। ਜੇ ਕਿਤੇ ਗੁਰਦੁਆਰੇ 'ਚ ਰੱਬ ਨਾ ਕਰੇ ਕੋਈ ਅਖੌਤੀ ਮਹਾਂਪੁਰਸ਼ ਬ੍ਰਹਮ ਗਿਆਨੀ ਜੀ ਆ ਜਾਣ ਨਾ, ਫਿਰ ਬੀਬੀਆਂ ਦੀ ਦੌੜ ਦੇਖਣ ਵਾਲੀ ਹੁੰਦੀ ਹੈ। ਉਹ ਆਪਣੇ ਘਰ ਪਰਿਵਾਰ ਬੱਚਿਆਂ ਨੂੰ ਭੁੱਲ ਜਾਂਦੀਆਂ ਨੇ ਤੇ ਉਹਨਾਂ ਨੂੰ ਲੱਗਦਾ ਕਿ ਬਸ ਹੁਣ ਧਰਮ ਕਮਾਉਣ ਦਾ ਸਮਾਂ ਆ ਗਿਆ। ਉਹਨਾਂ ਦੀ ਜੂਠਣ ਖਾਣੀ, ਲਕੋ ਲਕੋ ਕੇ ਰੱਖਣੀ, ਬੱਚਿਆਂ ਨੂੰ ਦੇਣੀ। ਕਈ ਤਾਂ ਬੀਬੀਆਂ ਮੈਂ ਇੱਥੋਂ ਤੱਕ ਵੀ ਦੇਖੀਆਂ ਨੇ ਕਿ ਬਾਬਾ ਜੀ ਦਾ ਜੂਠਾ ਜਿਹੜਾ ਖਾਣਾ ਆ ਨਾ, ਉਹ ਸਾਰੇ ਘਰ ਦੇ ਖਾਣੇ 'ਚ ਮਿਲਾ ਦੇਣਾ ਤੇ ਮਤਲਬ ਕੀ ਮਾਨਸਿਕਤਾ ਦੱਸੋ। ਗੁਰੂ ਸਾਹਿਬ ਨੇ ਜਾਂ ਕੋਈ ਵੀ ਧਰਮ ਹੈ, ਉਹਨੇ ਸਾਨੂੰ ਏਦਾਂ ਨਹੀਂ ਬਣਾਇਆ ਹੈ। ਹਾਂਜੀ ਹਾਂਜੀ, ਬਿਲਕੁਲ ਸੋਚਣ ਵਾਲੀ ਗੱਲ ਹੈ। ਤੇ ਇਹਨਾਂ ਚੀਜ਼ਾਂ ਤੇ ਕਿਉਂਕਿ ਉਹ ਸ਼ਰਧਾ ਵਾਲਾ ਤੇ ਡਰ ਵਾਲਾ ਤੇ ਉਹ ਸਾਰਾ ਕੁਝ ਜਿਹੜਾ ਪਰਦਾ ਪਿਆ ਹੋਇਆ ਹੈ ਨਾ, ਉਹ ਚੱਕ ਕੇ ਉਹਦੇ ਪਿੱਛੇ ਦੇਖਣ ਦੀ ਲੋੜ ਹੈ ਕਿ ਇਹ ਚੀਜ਼ ਇਹ ਖਰੀ ਵੀ ਉਤਰਦੀ ਹੈ ਇਸ ਚੀਜ਼ ਤੇ, ਇਹਦਾ ਫਾਇਦਾ ਕੀ ਹੋ ਰਿਹਾ ਸਾਨੂੰ, ਫੈਮਿਲੀ ਨੂੰ ਕੀ ਫਾਇਦਾ ਹੋ ਰਿਹਾ, ਸੋਸਾਇਟੀ ਨੂੰ ਕੀ ਫਾਇਦਾ ਹੋ ਰਿਹਾ ਇਸ ਚੀਜ਼ ਦਾ। ਤਰਕ ਦੀ ਕਸਵੱਟੀ ਤੇ ਹਾਂਜੀ ਬਿਲਕੁਲ। ਜਦੋਂ ਸ਼ਰਧਾਲੂ ਕਹਿੰਦੇ ਆ ਨਾ, ਸ਼ਰਧਾ ਪਲੱਸ ਉੱਲੂ ਉਹ ਨਹੀਂ ਬਣਨਾ। ਹਾਂਜੀ, ਤੋ ਬੀਬੀਆਂ ਭੈਣਾਂ ਨੂੰ ਬੇਨਤੀ ਹੈ ਜਿਹੜੀਆਂ ਕਹਿੰਦੀਆਂ ਸੀ ਕਿ ਕਰਵਾ ਚੌਥ ਦਾ ਵਰਤ ਜਿਵੇਂ ਸਾਡੀਆਂ ਗੁਆਂਢੀ ਸਾਡੇ ਹਿੰਦੂ ਪਰਿਵਾਰ ਰੱਖਦੇ ਨੇ, ਹਾਂਜੀ, ਪਰ ਸਾਡੀਆਂ ਬੀਬੀਆਂ ਨੇ ਕੀ ਕੀਤਾ, ਪੂਰਨਮਾਸ਼ੀ ਦਾ ਗੁਰੂ ਨਾਨਕ ਸਾਹਿਬ ਜੀ ਦਾ ਰੱਖਣਾ ਸ਼ੁਰੂ ਕਰ ਦਿੱਤਾ। ਹਾਂ ਹਾਂ, ਹੈਨਾ, ਘਰ ਦੇ ਵਿੱਚ ਜਿਹੜਾ ਝਾੜੂ ਹੈ, ਹਾਂਜੀ, ਤੇ ਏਦਾਂ ਦੇ ਵਹਿਮ ਭਰਮ ਨਾ, ਮਤਲਬ ਬੰਦਾ ਸੁਣਦਾ ਤਾਂ ਉਹਦੀ ਅਕਲ ਦੰਗ ਰਹਿ ਜਾਂਦੀ ਹੈ। ਮਤਲਬ ਘਰ ਦੇ ਵਿੱਚ ਏਦਾਂ ਦੀਆਂ ਵਲਗਣਾ ਬਣਾ ਦਿੱਤੀਆਂ ਕਿ ਅਸੀਂ ਜੀਣਾ ਮੁਹਾਲ ਕਰ ਲਿਆ ਆਪਣਾ। ਹਾਂਜੀ, ਬਹੁਤ ਜ਼ਰੂਰੀ ਹੈ ਕਿ ਸਮਝ ਤੋਂ ਕੰਮ ਲਈਏ। ਜਿਹੜੀਆਂ ਨਵੀਆਂ ਸਾਡੀਆਂ ਨੌਜਵਾਨ ਬੱਚੀਆਂ ਨੇ ਤੇ ਜਿਸ ਤਰ੍ਹਾਂ ਉਹ ਆਲੇ ਦੁਆਲੇ 'ਚ ਵਿਚਰਦੀਆਂ ਨੇ, ਦੁਨੀਆ ਨੂੰ ਦੇਖਦੀਆਂ ਨੇ, ਤੇ ਉਹ ਵੀ ਕੋਸ਼ਿਸ਼ ਕਰਨ ਕਿ ਉਸ ਸਾਇੰਸ ਨੂੰ ਘਰ ਵੀ ਲੈ ਕੇ ਆਉਣ। ਬਿਲਕੁਲ, ਉਹ ਗੱਲਾਂ ਬਾਤਾਂ ਆਪਣੀਆਂ ਦਾਦੀਆਂ ਨਾਨੀਆਂ ਨਾਲ, ਜਿਨ੍ਹਾਂ ਨੇ ਵਿਚਾਰੀਆਂ ਨੇ ਸ਼ਾਇਦ ਨਹੀਂ ਸੁਣੀਆਂ, ਨਹੀਂ ਪਤਾ, ਆਪਣੀਆਂ ਮਾਵਾਂ ਨਾਲ ਸ਼ੇਅਰ ਕਰਨ। ਉਹਨਾਂ ਨੂੰ ਦੱਸਣ ਕਿ ਚੰਦ ਸੂਰਜ ਕੋਈ ਦੇਵਤੇ ਨਹੀਂ। ਹਾਂਜੀ, ਉਹਨਾਂ ਨੂੰ ਦੱਸਣ ਗ੍ਰਹਿਆਂ ਦੀ ਚਾਲ ਬਦਲਣ ਨਾਲ ਕੁਝ ਨਹੀਂ ਹੁੰਦਾ, ਕੁਝ ਨਹੀਂ ਹੁੰਦਾ, ਰਾਹੂ ਕੇਤੂ ਸਾਡਾ ਕੁਝ ਨਹੀਂ ਵਿਗਾੜ ਸਕਦੇ। ਹਾਂਜੀ, ਏਦਾਂ ਦੇ ਕੱਪੜੇ ਪਾਵਾਂਗੇ ਜਾਂ ਏਦਾਂ ਦਾ ਖਾਣਾ ਖਾਵਾਂਗੇ, ਇਸ ਦਿਨ ਰੋਟੀ ਨਹੀਂ ਖਾਣੀ, ਇਸ ਦਿਨ ਪੀਲੇ ਫਲ ਖਾਣੇ ਨੇ, ਜਾਂ ਮਾਂ ਦੀ ਦਾਲ, ਸਰੋਂ ਦਾ ਤੇਲ ਗੁਰਦੁਆਰੇ ਚੜਾਉਣਾ ਹੈ, ਲੂਣ ਚੜਾਉਣਾ ਹੈ, ਇਹਦੇ ਨਾਲ ਕੀ ਹੋ ਜਾਣਾ। ਹਾਂਜੀ, ਗੱਲ ਤਾਂ ਆਪਣੇ ਮਾਈਂਡ ਨੂੰ ਸੈੱਟ ਕਰਨ ਦੀ ਹੈ, ਵਿਸ਼ਾਲ ਕਰਨ ਦੀ ਹੈ, ਦੂਜਿਆਂ ਦੇ ਦੁੱਖ ਦਰਦ ਨੂੰ ਸਮਝਣ ਦੀ ਹੈ, ਸੁਸਾਇਟੀ 'ਚ ਆਪਣੀ ਜਗ੍ਹਾ ਬਣਾਉਣ ਦੀ ਹੈ ਤੇ ਦੂਜਿਆਂ ਦੇ ਜਗ੍ਹਾ ਬਣਾਉਣ ਦੇ ਲਈ ਉਹਨਾਂ ਦੀ ਮਦਦ ਕਰਨ ਦੀ ਹੈ। ਬਿਲਕੁਲ ਬਿਲਕੁਲ, ਹਾਂਜੀ ਹਾਂਜੀ, ਹੰਬਲ ਬਣੀਏ, ਸਿਆਣੇ ਬਣੀਏ, ਪਰ ਅਸੀਂ ਵਹਿਮੀ ਬਣ ਰਹੇ ਹਾਂ, ਜਿਹਦੇ ਨਾਲ ਸਾਡਾ ਸੰਸਾਰ ਹੈ, ਜਿਹੜਾ ਛੋਟਾ ਸੰਸਾਰ ਸਾਡਾ ਪਰਿਵਾਰ ਰੂਪੀ, ਉਹ ਸੁੰਗੜ ਰਿਹਾ। ਦੂਜਿਆਂ ਲਈ ਸਾਡੇ 'ਚ ਕੋਈ ਜਗ੍ਹਾ ਹੀ ਨਹੀਂ ਹੈ। ਅਸੀਂ ਐਕਸੈਪਟ ਹੀ ਨਹੀਂ ਕਰਦੇ ਦੂਜਿਆਂ ਨੂੰ। ਹਾਂਜੀ ਹਾਂਜੀ, ਤੇ ਉਹ ਜਿਹੜਾ ਨਾ ਮਾਈਂਡ ਸੈਟ ਦੇ ਵਿੱਚ ਉਹ ਈਗੋ ਇੰਨੀ ਆ ਜਾਂਦੀ ਹੈ ਨਾ ਕਿ ਐਵੇਂ ਕਿਵੇਂ ਹੋ ਸਕਦਾ, ਅਸੀਂ ਇੰਨੇ ਸਾਲਾਂ ਤੋਂ ਕਰ ਰਹੇ ਹਾਂ, ਤੁਹਾਡੀ ਦਾਦੀ ਕਰਦੀ ਹੁੰਦੀ ਸੀ, ਮੈਂ ਇੰਨੇ ਸਾਲਾਂ ਤੋਂ ਕਰ ਰਹੀ ਹਾਂ, ਤੇ ਉਹ ਫਿਰ ਨਾ ਈਗੋ ਆ ਜਾਂਦੀ ਹੈ ਕਿ ਅਸੀਂ ਇੰਨੇ ਸਾਲਾਂ ਤੋਂ ਕਰ ਰਹੇ ਹਾਂ, ਤੁਸੀਂ ਕਿਉਂ ਨਹੀਂ ਮੰਨਦੇ ਇਹ ਚੀਜ਼, ਹੈ ਨਾ। ਤੇ ਉਹ ਸਾਡੀਆਂ ਭੈਣਾਂ ਨੂੰ ਫੇਸ ਕਰਨਾ ਪੈ ਜਾਂਦਾ ਕਈ ਵਾਰੀ, ਤੇ ਕਈ ਵਾਰੀ ਉਹ ਕਹਿੰਦੇ ਆ ਚੱਲ ਕੋਈ ਨਹੀਂ, ਇਹਨੂੰ ਖੁਸ਼ ਰੱਖ ਲਓ, ਐਵੇਂ ਚੀਜ਼ ਕਰੀ ਜਾਣਾ, ਬੀਜੀ ਨੇ ਕਰ ਹੀ ਦੋ, ਹੈ ਨਾ। ਪਰ ਉਹ ਜਾਣੇ ਅਣਜਾਣੇ ਵਿੱਚ ਰੀਅਲਾਈਜ਼ ਨਹੀਂ ਹੁੰਦਾ ਕਿ ਉਹ ਵਨ ਟਾਈਮ ਉਹ ਕਹਿੰਦੇ ਆ ਕਿ ਚਲੋ ਇਹ ਕਰ ਦੋ, ਪਰ ਸਾਡੀਆਂ ਬੱਚੇ ਸਾਡੇ ਉਹ ਚੀਜ਼ਾਂ ਦੇਖ ਰਹੇ ਨੇ, ਉਹ ਓਬਜ਼ਰਵ ਕਰ ਰਹੇ ਨੇ ਸਾਨੂੰ, ਤੇ ਉਹਨਾਂ ਨੂੰ ਲੱਗ ਰਿਹਾ ਅੱਛਾ ਮੰਮੀ ਕੁਐਸਚਨ ਕਰਦੀ ਹੈ, ਦਾਦੀ ਦਾ ਇਹ ਜਵਾਬ ਹੁੰਦਾ ਆ। ਉਹ ਵੀ ਕਈ ਵਾਰੀ ਕੁਐਸਚਨ ਨਹੀਂ ਕਰ ਪਾਉਂਦੇ, ਜਾਂ ਫਿਰ ਉਹ ਕੁਐਸਚਨ ਜਦੋਂ ਕਰਦੇ ਨੇ ਜਵਾਬ ਨਹੀਂ ਹੁੰਦੇ ਹੈਗੇ ਉਹਨਾਂ ਦੇ। ਜਿਵੇਂ ਹੁਣ ਗੁਰੂ ਸਾਹਿਬ ਦੀਆਂ ਫੋਟੋਆਂ ਘਰਾਂ 'ਚ ਲਗਾ ਕੇ ਉਹਨਾਂ ਨੂੰ ਮੱਥੇ ਟੇਕੀ ਜਾਣੇ, ਧੂਫਾਂ ਦਿਖਾਈ ਜਾਣੀਆਂ, ਹਰ ਵਕਤ ਜੋਤ ਲਗਾਈ ਜਾਣੀ, ਹੈਨਾ। ਗੁਰਦੁਆਰੇ 'ਚੋਂ ਜਿਹੜਾ ਕੋਈ ਪਾਣੀ ਦੀ ਕੇਨੀ ਰੱਖ ਕੇ ਉੱਤੇ ਗੁਰੂ ਗ੍ਰੰਥ ਸਾਹਿਬ ਦੇ ਕੋਲ, ਫਿਰ ਉਹ ਲਿਆ ਕੇ ਘਰ 'ਚ ਅੰਮ੍ਰਿਤ ਬਣਾ ਕੇ ਉਹਨੂੰ ਮਤਲਬ ਵਰਤਾਈ ਜਾਣਾ, ਛਿੱਟੇ ਦੇਈ ਜਾਣੇ, ਤੇ ਹੋਰ ਤਾਂ ਹੋਰ ਸਾਰਾ ਦਿਨ ਖਾਲੀ ਕਮਰੇ 'ਚ ਪਾਠ ਲੱਗਿਆ, ਘਰ ਪਵਿੱਤਰ ਹੋਏਗਾ ਇਹਦੇ ਨਾਲ।
ਮਤਲਬ ਇਹ ਸਾਰੀਆਂ ਚੀਜ਼ਾਂ ਸਾਡੇ ਚ ਕਿਵੇਂ ਘਰ ਕਰ ਗਈਆਂ, ਮੈਨੂੰ ਤਾਂ ਸਮਝ ਨਹੀਂ ਆਉਂਦੀ। ਇਹਨਾਂ ਹਾਂਜੀ ਦਾ ਸਾਡੇ ਨਾਲ ਲੈਣਾ ਦੇਣਾ ਨਹੀਂ। ਗੁਰਬਾਣੀ ਤਾਂ ਸਾਡੇ ਲਈ ਇੱਕ ਟੈਕਸਟ ਬੁੱਕ ਆ, ਸਾਨੂੰ ਸਮਝਾਉਣ ਲਈ ਹੈ। ਹਾਂਜੀ ਸਾਡੇ ਰੋਜ਼ ਦੀ ਰੂਟੀਨ ਦੇ ਵਿੱਚ ਅਸੀਂ ਥੋੜੀ ਥੋੜੀ ਕਰਕੇ ਪੜ੍ਹਦੇ ਜਾਈਏ, ਸਮਝਦੇ ਜਾਈਏ, ਜ਼ਿੰਦਗੀ ਚ ਲਾਗੂ ਕਰਦੇ ਜਾਈਏ। ਬਿਲਕੁਲ ਹਾਂਜੀ। ਤੇ ਪਰ ਅਸੀਂ ਕਿਸੇ ਹੋਰ ਪਾਸੇ ਤੁਰ ਪਏ। ਸ਼ਾਇਦ ਸਾਡੇ ਟੀਚਰ ਸੀ ਜਿਹੜੇ ਰਿਲੀਜੀਅਸ ਟੀਚਰ, ਜਿਨ੍ਹਾਂ ਨੂੰ ਅਸੀਂ ਕਹਿ ਸਕਦੇ ਹਾਂ, ਜਿਨ੍ਹਾਂ ਦਾ ਇੱਕ ਕਾਰਜ ਸੀ, ਉਹਨਾਂ ਨੇ ਉਹ ਸਹੀ ਨਹੀਂ ਨਿਭਾਇਆ ਤੇ ਸੋਸਾਇਟੀ ਨੂੰ ਸਹੀ ਸੇਧ ਦਿੱਤੀ ਨਹੀਂ। ਉਹਨਾਂ ਨੇ ਸਿਰਫ ਸਾਨੂੰ ਲੁੱਟ ਕੇ ਹੀ ਖਾਦਾ, ਗੁੰਮਰਾਹ ਹੀ ਕੀਤਾ। ਪੰਡੇ ਪੁਜਾਰੀਆਂ ਤੇ ਉਹਨਾਂ ਦੇ ਵਿੱਚ ਕੋਈ ਫਰਕ ਸਾਨੂੰ ਨਜ਼ਰ ਨਹੀਂ ਆਉਂਦਾ, ਜਿਹਦੇ ਕਰਕੇ ਅੱਜ ਸਾਡੀ ਸੁਸਾਇਟੀ ਇੱਥੇ ਤੱਕ ਪਹੁੰਚ ਗਈ ਹੈ। ਹਾਂਜੀ ਹਾਂਜੀ ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ। ਸੋ ਆਈ ਥਿੰਕ ਹੁਣ ਇਹ ਜਿਵੇਂ ਕੁਝ ਐਵੇਂ ਦੀਆਂ ਡਿਸਕਸ਼ਨਸ ਸ਼ੁਰੂ ਹੋਣਗੀਆਂ, ਭੈਣਾਂ ਨੂੰ ਕੌਨਫੀਡੈਂਸ ਆਏਗਾ, ਓਪਨ ਅਪ ਹੋਣਗੀਆਂ ਤੇ ਛੋਟੀਆਂ-ਛੋਟੀਆਂ ਗੱਲਾਂ ਤੇ ਉਹ ਫਿਰ ਸੋਚ ਸਕਣਗੇ ਕਿ ਮਤਲਬ ਇਹਦੇ ਨਾਲ ਕੁਝ ਫਾਇਦਾ ਹੋ ਰਿਹਾ ਹੈ, ਸਾਡਾ ਸੁਸਾਇਟੀ ਦਾ ਕਿਸੇ ਚੀਜ਼ ਦਾ ਕੁਝ ਫਾਇਦਾ ਹੋ ਰਿਹਾ ਹੈ। ਜੇ ਨਹੀਂ ਹੋ ਰਿਹਾ ਤਾਂ ਬੈਟਰ ਹੈ ਉਹ ਚੀਜ਼ਾਂ ਛੱਡ ਕੇ ਉਹ ਜਿਹੜਾ ਟਾਈਮ ਹੈ, ਉਹ એનર્ਜੀ ਹੈ, ਅਸੀਂ ਹੋਰ ਕਿਸੇ ਪਾਸੇ ਲਗਾ ਦਈਏ। ਹਾਂਜੀ ਬੱਚਿਆਂ ਦੀ ਐਕਟੀਵਿਟੀਜ਼ ਕਿੰਨੀਆਂ ਨੇ, ਉਧਰ ਧਿਆਨ ਦੇਈਏ। ਹਾਂਜੀ ਹੈਨਾ, ਆਪ ਕੁਝ ਚੰਗਾ ਪੜ੍ਹੀਏ, ਚੰਗਾ ਸੁਣੀਏ, ਹੈਨਾ, ਆਪਣੇ ਤੋਂ ਹੋਰ ਵਧੀਆ ਲੋਕਾਂ ਨੂੰ ਮਿਲੀਏ, ਚੰਗੀ ਸੁਸਾਇਟੀ 'ਚ ਬੈਠੀਏ। ਜਿਹੜੇ ਮਾਨਸਿਕ ਲੈਵਲ ਜਿਨ੍ਹਾਂ ਦਾ ਹਾਈ ਹੈ, ਉਹਨਾਂ ਕੋਲ ਦਾ ਯਤਨ ਕਰੀਏ, ਕੁਝ ਨਵਾਂ ਸਿੱਖਾਂਗੇ, ਨਵਾਂ ਪੜਾਂਗੇ ਤਾਂ ਸਾਡਾ ਮਾਈਂਡਸੈਟ ਡਿਵੈਲਪ ਹੋਏਗਾ, ਚੰਗੇ ਬਣਾਂਗੇ। ਹਾਂਜੀ ਬਿਲਕੁਲ। ਇਹਦੇ ਨਾਲ ਸਾਡੇ ਆਉਣ ਵਾਲਾ ਸਮਾਂ ਜਿਹੜਾ ਉਹ ਬਿਹਤਰ ਹੋਏਗਾ। ਹਾਂਜੀ ਅਸੀਂ ਤਾਂ ਇਹਨਾਂ ਚੀਜ਼ਾਂ 'ਚ ਉਲਝੇ ਪਏ ਹਾਂ ਹਲੇ ਤੱਕ ਕਿ ਮੇਰੀ ਜਿਹੜੀ ਬੇਟੀ ਹੈ, ਕੋਈ ਕਿਸੇ ਦੀ ਵੀ ਮੈਂ ਕਹਿ ਸਕਦੀ ਹਾਂ, ਇਹ ਕਿਸੇ ਤਰ੍ਹਾਂ ਐਗਜ਼ਾਮ ਚੋਂ ਪਾਸ ਹੋ ਜਾਏ। ਹਾਂਜੀ ਹੈਨਾ, ਜਿੰਨੀਆਂ ਮਰਜ਼ੀ ਅਰਦਾਸਾਂ ਕਰੀਏ, ਬਾਬਾ ਜੀ ਨੂੰ ਕੀ ਕਰੀਏ, ਇੰਨੇ ਪੈਸੇ ਲੈ ਕੇ ਅਰਦਾਸ ਕਰ ਦੋ, ਇਹ ਨਹੀਂ ਸੋਚਣਾ ਕਿ ਉਹ ਬੱਚੀ ਨੇ ਪਾਸ ਤਾਂ ਹੋਣਾ ਜੇ ਉਹ ਮਿਹਨਤ ਕਰੂਗੀ। ਬਿਲਕੁਲ ਬਿਲਕੁਲ ਹਾਂਜੀ ਹਾਂਜੀ। ਮਿਹਨਤ ਵਾਲਾ ਟਾਈਮ ਹੋ ਰਿਹਾ, ਆਪਾਂ 1 ਮਿੰਟ ਵਿੱਚ ਰੈਪ ਅਪ ਕਰੀਏ। ਹਾਂਜੀ ਇਸੇ ਤਰੀਕੇ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਵੀ ਆਪਾਂ ਡਿਫਰੈਂਟ ਟੌਪਿਕ ਨੇ ਜਿਹੜੇ ਉਹ ਲੈ ਕੇ ਆਵਾਂਗੇ ਸੰਗਤਾਂ ਦੇ, ਤੇ ਉਮੀਦ ਕਰਦੇ ਹਾਂ ਸਾਰੇ ਸਾਨੂੰ ਭਰਪੂਰ ਹੁੰਗਾਰਾ ਦੇਣਗੇ ਤੇ ਹੋਰ ਭੈਣਾਂ ਨੂੰ ਵੀ ਆਪਾਂ ਨਾਲ ਜੋੜਨ ਦੀ ਕੋਸ਼ਿਸ਼ ਕਰਾਂਗੇ। ਹਾਂਜੀ ਕੌਰ ਜੀ, ਹੁਣ ਆਪਾਂ ਫਤਿਹ ਬੁਲਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।